ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਮਾਤਾ ਭਾਗ ਕੌਰ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜੋ ਸਾਖੀਆਂ ਦਿੱਤੀਆਂ ਹਨ ਉਸ ਦੀ ਤੁਹਾਡੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗਾ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਪਿਛਲੇ ਸਮੇਂ ਅੰਦਰ ਪੰਜਾਬ ਦੇ ਇੱਕ ਗਾਇਕ ਨੇ ਆਪਣੇ ਇੱਕ ਗੀਤ ਦੇ ਅੰਦਰ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਸੀ, ਜਿਸ ਦੇ ਕਾਰਨ ਕਾਫੀ ਵਾਦ ਵਿਵਾਦ ਪਿਆ ਔਰ ਅਖੀਰ ਉਸ ਗਾਇਕ ਨੇ ਇਸ ਦੇ ਸੰਬੰਧ ਦੇ ਵਿੱਚ ਮੁਆਫੀ ਮੰਗੀ। ਔਰ ਇਸ ਦੇ ਨਾਲ ਹੀ ਜਦੋਂ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਆਪਣੇ ਇੱਕ ਦੀਵਾਨ ਦੇ ਵਿੱਚ ਇਹ ਗੱਲ ਆਖੀ ਕਿ ਗਾਇਕ ਨੇ ਤੇ ਮੁਆਫੀ ਮੰਗ ਲਈ ਹੈ, ਪਰ ਜਿਸ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਮਾਈ ਭਾਗੋ ਜੀ ਦੇ ਜੀਵਨ ਦੇ ਸੰਬੰਧ ਵਿੱਚ ਗਲਤ ਬਿਆਨੀ ਕੀਤੀ ਗਈ ਹੈ, ਉਸ ਸੂਰਜ ਪ੍ਰਕਾਸ਼ ਗ੍ਰੰਥ ਦੀ ਤੇ ਹਰ ਰੋਜ਼ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੰਜੀ ਸਾਹਿਬ ਦੇ ਉੱਪਰ ਰੁਮਾਲੀ ਲਗਾ ਕੇ ਉਸ ਗ੍ਰੰਥ ਦਾ ਪ੍ਰਕਾਸ਼ ਕਰਕੇ ਉਸ ਗ੍ਰੰਥ ਦੀ ਹਰ ਰੋਜ਼ ਕਥਾ ਕੀਤੀ ਜਾਂਦੀ ਹੈ। ਤਾਂ ਇਸ ਗੱਲ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ। ਭਾਈ ਸਾਹਿਬ ਜੀ ਦੇ ਖਿਲਾਫ ਕਈ ਸੰਪਰਦਾਇ ਪ੍ਰਚਾਰਕਾਂ ਨੇ ਸ਼ਿਕਾਇਤਾਂ ਕੀਤੀਆਂ, ਅਕਾਲ ਤਖਤ ਤੱਕ ਪਹੁੰਚ ਕੀਤੀ। ਅਖੀਰ ਤੇ ਜਿਸ ਦਾ ਨਤੀਜਾ ਇਹ ਨਿਕਲਿਆ, ਭਾਈ ਸਾਹਿਬ ਜੀ ਦੇ ਦੀਵਾਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਤੇ ਆਪਾਂ ਕਹਿ ਸਕਦੇ ਹਾਂ ਅੱਧਾ ਪਚੱਧਾ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ। ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜੋ ਕੁਝ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਲਿਖਿਆ ਹੈ ਉਸ ਨੂੰ ਆਪਾਂ ਵਿਚਾਰਾਂਗੇ। ਪਰ ਉਹ ਵਿਚਾਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਲਿੱਪ ਹੈ 1 ਮਿੰਟ ਦਾ, ਪਹਿਲਾਂ ਤੁਸੀਂ ਉਹ ਸੁਣ ਲਓ। ਦਮਦਮੀ ਟਕਸਾਲ ਦਾ ਇਹ ਸੱਜਣ ਵੀਰ ਹੈ, ਲਾਸਟ ਨੇਮ ਇਸ ਦਾ ਪਰਵਾਨਾ ਹੈ, ਫਸਟ ਨੇਮ ਮੈਨੂੰ ਉਸ ਦੇ ਬਾਰੇ ਜ਼ਿਆਦਾ ਪਤਾ ਨਹੀਂ, ਪਰ ਪਰਵਾਨਾ ਕਰਕੇ ਕਾਫੀ ਇਹ ਪ੍ਰਸਿੱਧ ਹੈ। ਦਮਦਮੀ ਟਕਸਾਲ ਜਥਾ ਰਾਜਪੁਰੇ ਦੇ ਨਾਲ ਸੰਬੰਧਿਤ ਹੈ। ਪਹਿਲਾਂ 1 ਮਿੰਟ ਦਾ ਕਲਿੱਪ ਤੁਸੀਂ ਉਸ ਦਾ ਸੁਣ ਲਓ, ਉਸ ਤੋਂ ਬਾਅਦ ਆਪਾਂ ਇਸ ਦੇ ਸੰਬੰਧ ਦੇ ਵਿੱਚ ਵਿਚਾਰ ਕਰਦੇ ਹਾਂ। ਹਾਂਜੀ, ਚਾਹਾਂਗਾ ਵੀ ਜਿਹੜਾ ਅੱਜ ਮਾਈ ਭਾਗੋ ਦੇ ਸੰਬੰਧ ਵਿੱਚ ਸਟੇਜਾਂ ਤੇ ਅੱਜ ਦੇ ਅਪਗ੍ਰੇਡ ਸਟ੍ਰੈਚ ਕੀਤੇ ਹੋਏ ਦਿਮਾਗਾਂ ਵਾਲੇ ਕੂੜ ਦੇ ਪ੍ਰਚਾਰਕਾਂ ਵੱਲੋਂ ਜੋ ਪ੍ਰਚਾਰ ਕੀਤਾ ਗਿਆ, ਮੈਂ ਇੱਕ ਬੇਨਤੀ ਕਰਾਂਗਾ ਵੀ ਉਹ ਨਾ ਵਿਚਾਰਾਂ ਦੇਣ, ਕਿਸੇ ਨੂੰ ਨਹੀਂ ਵਿਚਾਰ ਕਰਨੀ, ਕਿਉਂਕਿ ਵਿਚਾਰ ਕਰਨ ਸਟੇਜਾਂ ਤੇ ਨਹੀਂ ਆ ਸਕਦੇ। ਇੰਨੀ ਕੁ ਬੇਨਤੀ ਉਹ ਪ੍ਰਚਾਰਕ ਜ਼ਰੂਰ ਸੁਣ ਲੈਣ ਕਿ ਜਿਹੜਾ ਇਹ ਅਧਿਆਇ ਹੈ, ਇਹ ਲੈਸਨ ਹੈ, ਜਿਹੜਾ ਉਹਨਾਂ ਨੇ 2 ਪੰਕਤੀਆਂ 4 ਪੜ੍ਹ ਕੇ ਜਿਹੜੀਆਂ ਨੇ ਸੰਗਤ ਚ ਸੁਣਾਤੀਆਂ, ਇਹ ਅਧਿਆਇ ਪੂਰਾ ਪੜ੍ਹ ਕੇ ਉਹਦੀ ਕਥਾ ਕਰ ਦੇਣ। ਬਸ ਸਿੰਪਲ ਜਿਹਾ ਅਧਿਆਇ ਭਾਈ ਸੰਤੋਖ ਸਿੰਘ ਜੀ ਦਾ, ਇਹਨੂੰ ਪੂਰਾ ਪੜ੍ਹਨ, ਪੂਰਾ ਪੜ੍ਹ ਕੇ ਨਾਲ ਨਾਲ ਉਹਦੇ ਅੱਖਰੀ ਅਰਥ ਕਰੀ ਜਾਣ। ਉਸ ਤੋਂ ਬਾਅਦ ਫੇਰ ਜਿਹੜੀ ਗੱਲ ਹੈ, ਜੇ ਕੋਈ ਸਮਝ ਸਾਡੇ ਜਾਂ ਉਹਨਾਂ ਦੇ ਨਹੀਂ ਆਉਂਦੀ ਤੇ ਫਿਰ ਉਹ ਅਸੀਂ ਉਹਨਾਂ ਦੇ ਵੀ ਦੇਣਦਾਰ ਹਾਂ। ਪਰ ਮੈਨੂੰ ਲੱਗਦਾ ਹੈ ਵੀ ਉਹ ਸਿਰਫ 2 ਪੰਕਤੀਆਂ ਕੌਮ 'ਚ ਦੁਫਾੜ ਪਾਉਣ ਵਾਸਤੇ ਪੜ੍ਹੀਆਂ ਜਾਂਦੀਆਂ ਨੇ, ਪੂਰਾ ਇਤਿਹਾਸ ਪੜ੍ਹ ਕੇ ਉਹ ਸੁਣਾ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਮਕਸਦ ਕੌਮ 'ਚ ਦੁਫਾੜ ਪੈਦਾ ਕਰਨਾ। ਹਾਂਜੀ, ਆਪ ਜੀ ਨੇ ਸੁਣ ਲਿਆ। ਇਹ ਪਰਵਾਨਾ ਜੀ ਜੋ ਕਿ ਦਮਦਮੀ ਟਕਸਾਲ ਜਥਾ ਰਾਜਪੁਰਾ ਉਸ ਦੇ ਨਾਲ ਸੰਬੰਧਿਤ ਹਨ। ਅਜਿਹੇ ਅਨੇਕਾਂ ਕਲਿੱਪ ਪਿਛਲੇ ਸਮੇਂ ਦੇ ਅੰਦਰ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਇਹੀ ਆਖਿਆ ਗਿਆ ਕਿ ਪੂਰਾ ਪ੍ਰਸੰਗ ਜਿਹੜਾ ਹੈ ਉਹ ਪੜ੍ਹ ਕੇ ਨਹੀਂ ਸੁਣਾਇਆ ਜਾ ਰਿਹਾ, ਕੇਵਲ 2-4 ਪੰਕਤੀਆਂ ਪੜ੍ਹ ਕੇ ਉਹ ਸੁਣਾਈਆਂ ਜਾ ਰਹੀਆਂ ਹਨ ਤੇ ਕੌਮ ਦੇ ਵਿੱਚ ਦੁਫਾੜ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ। ਸੋ ਅੱਜ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜਿਤਨੀ ਵੀ ਜਾਣਕਾਰੀ ਹੈ ਉਹ ਸਾਰੀ ਆਪਾਂ ਸੰਖੇਪ ਦੇ ਵਿੱਚ ਇੱਥੇ ਵਿਚਾਰਨ ਦਾ ਯਤਨ ਕਰਾਂਗੇ, ਤਾਂ ਜੋ ਜਿਹੜਾ ਇਹਨਾਂ ਦਾ ਉਲੰਭਾ ਹੈ ਕਿ ਪੂਰਾ ਪ੍ਰਸੰਗ ਜਿਹੜਾ ਹੈ ਉਹ ਨਹੀਂ ਸੁਣਾਇਆ ਜਾ ਰਿਹਾ, ਉਹ ਇਹਨਾਂ ਦਾ ਉਲੰਭਾ ਵੀ ਦੂਰ ਹੋ ਸਕੇ। ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ 3 ਅਧਿਆਏ ਐਸੇ ਹਨ ਜਿਨ੍ਹਾਂ ਦੇ ਵਿੱਚ ਮਾਈ ਭਾਗੋ ਜੀ ਦਾ
ਜ਼ਿਕਰ ਆਇਆ ਹੈ। 3 ਅਧਿਆਏ ਨੇ। ਆਪਾਂ ਤਿੰਨੋਂ ਹੀ ਅਧਿਆਏ ਜਿਹੜੇ ਹਨ ਉਹ ਸੰਖੇਪ ਦੇ ਵਿੱਚ ਵਿਚਾਰ ਲੈਣੇ ਹਨ। ਸਭ ਤੋਂ ਪਹਿਲਾਂ ਜਦੋਂ ਮਾਤਾ ਭਾਗੋ ਜੀ ਦਾ ਜ਼ਿਕਰ ਆਇਆ, ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਸਕਦੇ ਹੋ। ਸੂਰਜ ਪ੍ਰਕਾਸ਼ ਗ੍ਰੰਥ ਦਾ ਐਨ ਪਹਿਲਾ ਅਤੇ 11ਵਾਂ ਅਧਿਆਏ ਹੈ, ਜਿਸ ਦਾ ਸਿਰਲੇਖ ਹੈ ਮਾਈ ਭਾਗੋ ਤੇ ਤੁਰਕਾਂ ਦਾ ਪਿੱਛੇ ਮੁੜਨਾ। ਇਹਦੇ ਵਿੱਚ ਸ਼ੁਰੂ ਦੇ ਵਿੱਚ ਇੱਕ ਦੋਹਰਾ ਹੈ ਜਿੱਥੇ ਲਿਖਿਆ ਹੈ, ਇੱਕ ਮਾਈ ਭਾਗੋ ਹੁਤੀ 40 ਸਿੰਘ ਮਜਾਰ, ਤੁਰਕ ਹਤਿਓ ਖਰ ਸੰਗ ਤੇ ਗੇਰਿਓ ਧਰਾ ਮਜਾਰ। ਇਸ ਪੂਰੇ ਅਧਿਆਏ ਦੇ ਵਿੱਚ ਕੇਵਲ ਇਹ ਇੱਕ ਦੋਹਰਾ ਹੈ ਜਿਹਦੇ ਵਿੱਚ ਮਾਈ ਭਾਗੋ ਜੀ ਦਾ ਜ਼ਿਕਰ ਆਇਆ ਹੈ ਕਿ ਇੱਕ ਮਾਈ ਭਾਗੋ ਸੀ 40 ਸਿੰਘਾਂ ਦੇ ਵਿਚਕਾਰ, ਜਿਸ ਨੇ ਆਪਣੀ ਸਾਂਗ ਦੇ ਨਾਲ, ਆਪਣੀ ਬਰਸ਼ੀ ਦੇ ਨਾਲ ਇੱਕ ਤੁਰਕ ਨੂੰ ਮਾਰ ਕੇ ਧਰਤੀ ਦੇ ਉੱਤੇ ਸੁੱਟਿਆ ਸੀ। ਸਿਰਫ ਇਹ 2 ਪੰਕਤੀਆਂ ਹਨ ਇਸ ਅਧਿਆਏ ਦੇ ਵਿੱਚ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ, ਤੇ ਇਹ ਪ੍ਰਸੰਗ ਉਸ ਵੇਲੇ ਚੱਲ ਰਿਹਾ ਹੈ ਜਦੋਂ ਮੁਕਤਸਰ ਵਿਖੇ ਖਿਦਰਾਣੇ ਦੀ ਟਾਪ ਦੇ ਉੱਤੇ ਸਿੰਘਾਂ ਦੀ ਲੜਾਈ ਹੋਈ ਔਰ ਉਸ ਲੜਾਈ ਦੇ ਵਿੱਚ ਸਿੰਘ ਜਿਹੜੇ ਹਨ ਉਹ ਸ਼ਹੀਦ ਹੋ ਚੁੱਕੇ ਹਨ। ਜਿਸ ਵੇਲੇ ਲੜਾਈ ਖਤਮ ਹੋ ਗਈ ਔਰ ਤੁਰਕ ਜਿਹੜੇ ਹਨ ਉਹ ਪਿੱਛੇ ਮੁੜ ਗਏ, ਉਸ ਵੇਲੇ ਦਾ ਇਹ ਅਧਿਆਏ ਹੈ ਜਿਸ ਅਧਿਆਏ ਦੇ ਵਿੱਚ ਕੇਵਲ ਤੇ ਕੇਵਲ ਇੱਕ ਦੋਹਰਾ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਫਿਰ ਮੈਂ ਪੜ੍ਹ ਕੇ ਸੁਣਾ ਦਿਆਂ, ਸਕਰੀਨ ਦੇ ਉੱਪਰ ਆਪ ਫਿਰ ਦੇਖ ਸਕਦੇ ਹੋ। ਲਿਖਿਆ ਹੈ, ਇੱਕ ਮਾਈ ਭਾਗੋ ਹੁਤੀ 40 ਸਿੰਘ ਮਝਾਰ, ਤੁਰਕ ਹਤਿਓ ਖਰ ਸਾਂਗ ਤੇ ਗੇਰਿਓ ਧਰਾ ਮਜਾਰ। ਕੇਵਲ 2 ਪੰਕਤੀਆਂ ਹਨ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ। ਇਸ ਤੋਂ ਬਾਅਦ 12ਵੇਂ ਅਧਿਆਏ ਦੇ ਵਿੱਚ ਮਾਈ ਭਾਗੋ ਜੀ ਦਾ ਕੋਈ ਜ਼ਿਕਰ ਨਹੀਂ ਆਉਂਦਾ। ਇਸ ਤੋਂ ਬਾਅਦ 13ਵਾਂ ਅਧਿਆਏ ਆਉਂਦਾ ਹੈ ਔਰ ਉਸ 13ਵੇਂ ਅਧਿਆਏ ਦੇ ਵਿੱਚ ਤੁਸੀਂ ਸਕਰੀਨ ਦੇ ਉੱਤੇ ਦੇਖੋਗੇ, ਐਨ ਪਹਿਲਾ ਹੈ ਸੂਰਜ ਪ੍ਰਕਾਸ਼ ਗ੍ਰੰਥ ਦਾ ਅਧਿਆਏ 13ਵਾਂ ਹੈ ਮਾਈ ਭਾਗੋ ਚਿਰਜੀਵੀ ਨੂੰ ਤਾਰਨਾ। ਔਰ ਇਹਦਾ ਪਹਿਲਾ ਦੋਹਰਾ ਹੈ ਕਿ ਦਾਹ ਕਰੇ ਸਿੱਖ ਖਰੇ ਗੁਰ, ਏਕ ਸਿੰਘ ਤਬ ਆਏ, ਹਾਥ ਜੋਰ ਬੋਲਤ ਭਇਓ ਨਾਰ ਭਰੀ ਇੱਕ ਥਾਏ। ਕਿਉਂਕਿ ਜਿਹੜਾ ਇਸ ਤੋਂ ਪਹਿਲਾਂ 12ਵਾਂ ਅਧਿਆਏ ਹੈ, ਉਸ 12ਵੇਂ ਅਧਿਆਏ ਦੇ ਵਿੱਚ ਜ਼ਿਕਰ ਆਉਂਦਾ ਹੈ ਜਿਹੜੇ ਮੁਕਤਸਰ ਦੀ ਧਰਤੀ ਦੇ ਉੱਤੇ ਸਿੱਖ ਸ਼ਹੀਦ ਹੋਏ, ਉਹਨਾਂ ਸ਼ਹੀਦਾਂ ਦਾ ਸੰਸਕਾਰ ਗੁਰੂ ਸਾਹਿਬ ਜੀ ਨੇ ਕੀਤਾ। ਤੇ 13ਵੇਂ ਅਧਿਆਏ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਜਿਸ ਵੇਲੇ ਸਿੱਖਾਂ ਦਾ ਸੰਸਕਾਰ ਕੀਤਾ, ਇੱਕ ਸਿੱਖ ਨੇ ਆਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਦੇਖ ਕੇ ਆਇਆ ਹਾਂ ਕਿ ਇੱਕ ਜ਼ਖਮੀ ਹੋਈ ਔਰਤ ਹੈ, ਇਸਤਰੀ ਹੈ, ਨਾਰ ਹੈ, ਉਸ ਦਾ ਸਰੀਰ ਪਿਆ ਹੋਇਆ ਹੈ। ਔਰ ਲਖੀਅਤ ਲਰੀ ਸੰਗ ਤੁਰਕਾਨੇ ਕੇ ਤਕ ਘਾਉ ਲਗੇ ਤਨ ਜਾਣੇ, ਰਹੀ ਜੀਵਤੀ ਬੇਬਲ ਨਾਹੀ, ਸ਼੍ਰੀ ਪ੍ਰਭ ਆਪ ਦੇਖੀਏ ਤਾਹੀ। ਜਾਪਦਾ ਹੈ ਉਹ ਤੁਰਕਾਂ ਦੇ ਨਾਲ ਲੜੀ ਹੈ, ਉਸ ਦੇ ਤਨ ਦੇ ਉੱਤੇ ਬਹੁਤ ਜ਼ਿਆਦਾ ਜ਼ਖਮ ਆਏ ਹਨ, ਉਹ ਜਿਉਂਦੀ ਹੈ, ਆਪ ਪਾਤਸ਼ਾਹ ਜਾ ਕੇ ਉਸ ਨੂੰ ਦੇਖੋ। ਤੇ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਸੁਨ ਗੁਰ ਮੰਦ ਮੰਦ ਮੁਸਕਾਏ, ਗਮਨੇ ਤੈ ਸਿੱਖ ਕਰ ਅਗਵਾਏ, ਚਾਰਨ ਬੀਚ ਪਰੀ ਪਟ ਫਟੇ, ਕੇਤਕ ਸ਼ਾਸਤਰ ਲੱਗੇ ਪਲ ਕਟੇ। ਗੁਰੂ ਸਾਹਿਬ ਜੀ ਨੇ ਸੁਣਿਆ, ਸਿੱਖ ਦੇ ਕੋਲੋਂ ਸੁਣ ਕੇ ਸਤਿਗੁਰੂ ਮੁਸਕਰਾਏ ਨੇ। ਸਿੱਖ ਨੂੰ ਨਾਲ ਲੈ ਕੇ ਗੁਰੂ ਸਾਹਿਬ ਉੱਥੇ ਪਹੁੰਚੇ ਨੇ ਝਾੜੀਆਂ ਦੇ ਵਿੱਚ, ਜਿੱਥੇ ਉਸ ਔਰਤ ਦਾ ਸਰੀਰ ਜਿਹੜਾ ਹੈ ਉਹ ਪਿਆ ਹੋਇਆ ਹੈ, ਜਿਸ ਦਾ ਤਨ ਜਿਹੜਾ ਹੈ ਜ਼ਖਮੀ ਹੈ। ਜਾਏ ਖਰੇ ਸਤਿਗੁਰੂ ਨਿਹਾਰੀ, ਸ਼੍ਰੀ ਮੁਖ ਤੇ ਮੁਸਕਾਏ ਉਚਾਰੀ, ਪੁੱਤਾਂ ਕਾਰਨ ਆਈਆਂ ਪੇਰੀ, ਸੁੱਥਣ ਲਾਹੇ ਲਈ ਬੀਪੀਰੀ। ਸੰਤੋਖ ਸਿੰਘ ਲਿਖਦਾ ਕਿ ਜਾ ਕੇ ਸਤਿਗੁਰਾਂ ਨੇ ਦੇਖਿਆ, ਸਤਿਗੁਰਾਂ ਨੇ ਦੇਖ ਕੇ ਮੁਸਕਰਾ ਕੇ ਆਪਣੀ ਜ਼ਬਾਨ ਤੋਂ ਆਖਿਆ ਕਿ ਇਹ ਬੀਬੀ ਜਿਹੜੀ ਹੈ ਇਹ ਪੁੱਤਾਂ ਵਾਸਤੇ ਗੁਰੂ ਦਰਬਾਰ ਦੇ ਵਿੱਚ ਆਈ ਸੀ। ਭਾਵ ਔਲਾਦ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਗੁਰੂ ਦਰਬਾਰ ਦੇ ਵਿੱਚ ਅਪਰੇ ਸੀ, ਪਰ ਇੱਥੇ ਆਣ ਕੇ ਸੁੱਥਣ ਲਾਹੇ ਲਈ ਬੇਪੀਰੀ। ਇਸ ਨੇ ਸੁੱਥਣ ਲਾ ਕੇ, ਭਾਵ ਕਿ ਇਸ ਨੇ ਆਪਣਾ ਜਨਾਨਾ ਭੇਸ ਉਤਾਰ ਕੇ, ਮਰਦਾਵਾ ਭੇਸ ਧਾਰਨ ਕਰਕੇ ਇਹਨੇ ਦੁਸ਼ਮਣਾਂ ਦੇ ਨਾਲ ਜਿਹੜੀ ਹੈ
ਲੜਾਈ ਕੀਤੀ ਹੈ। ਇਹ ਉਹ ਪੰਕਤੀਆਂ ਨੇ ਜਿਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਪਿਛਲੇ ਸਮੇਂ ਦੇ ਅੰਦਰ ਗਲਤ ਬਿਆਨੀਆਂ ਵੀ ਕੀਤੀਆਂ ਗਈਆਂ। ਪਤਾ ਨਹੀਂ ਕਿਸ ਮਜਬੂਰੀ ਕਾਰਨ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲਿਆਂ ਨੇ ਸੁੱਥਣ ਦੇ ਅਰਥ ਉਸ ਵੇਲੇ ਸਰੋਪਾ ਕਰ ਦਿੱਤੇ, ਜਦ ਕਿ ਸਪਸ਼ਟ ਇਹ ਲਿਖਿਆ ਹੈ ਕਿ ਉਸ ਨੇ ਆਪਣਾ ਜਨਾਨਾ ਭੇਸ ਉਤਾਰ ਕੇ ਮਰਦਾਨਾ ਭੇਸ ਧਾਰਨ ਕੀਤਾ। ਸੁੱਥਣ ਜੋ ਕਿ ਜਨਾਨੇ ਭੇਸ ਦਾ ਪ੍ਰਤੀਕ ਹੈ। ਭਾਵੇਂ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਹੋ ਸਕਦਾ ਇੱਥੇ ਕੁਝ ਪਾਠ ਦੇ ਵਿੱਚ ਫਰਕ ਹੋਵੇ, ਪਾਠ ਸ਼ੁੱਧ ਜਿਹੜਾ ਹੈ ਕਿਸੇ ਹੋਰ ਤਰੀਕੇ ਦੇ ਨਾਲ ਹੋਵੇ। ਪਰ ਸੰਤੋਖ ਸਿੰਘ ਕਹਿੰਦਾ ਵੀ ਇਮ ਕਹਿ ਕਰਨਾ ਦ੍ਰਿਸ਼ਟ ਨਿਹਾਰੀ ਤਨ ਘਾਵਨ ਕੀ ਪੀਰ ਬਿਦਾਰੀ ਉੱਠ ਤੂੰ ਚਲੀਏ ਸੰਗ ਹਮਾਰੇ ਚਾਹੇ ਮਨੋਰਥ ਪੁਰਵੈ ਸਾਰੇ। ਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਿਆ, ਉਸ ਦੇ ਤਨ ਦੀ ਪੀੜਾ ਨੂੰ ਦੂਰ ਕੀਤਾ ਤੇ ਸਤਿਗੁਰਾਂ ਨੇ ਉਸ ਨੂੰ ਆਖਿਆ ਕਿ ਉੱਠ ਸਾਡੇ ਨਾਲ ਚੱਲ, ਅਸੀਂ ਤੇਰੇ ਸਾਰੇ ਮਨੋਰਥ ਜਿਹੜੇ ਹਨ ਉਹ ਪੂਰੇ ਕਰਾਂਗੇ। ਸੁਣ ਕਰ ਉਠੀ ਬੰਦਨਾ ਠਾਨੀ ਅਦਕ ਅਨੰਦਿਤ ਗਿਰਾ ਬਖਾਨੀ ਜਬ ਮਾਝੇ ਤੇ ਸਿੱਖ ਗਨ ਚਲੇ ਰਾਵਰ ਕੇ ਦਰਸ਼ਨ ਹਿਤ ਮਿਲੇ। ਮਾਈ ਭਾਗੋ ਜੀ ਉੱਠੇ ਹਨ। ਉੱਠ ਕੇ ਉਸਨੇ ਸਤਿਗੁਰਾਂ ਨੂੰ ਆਖਿਆ ਕਿ ਪਾਤਸ਼ਾਹ, ਜਿਸ ਵੇਲੇ ਮਾਝੇ ਤੋਂ ਸਿੱਖਾਂ ਦਾ ਜਥਾ ਤਿਆਰ ਹੋ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਤੁਰਿਆ ਸੀ, ਤਬ ਮੈਂ ਸੁੱਤ ਕੀ ਧਰ ਔਰ ਆਸਾ ਪਹੁੰਚੀ ਆਏ ਤੁਮਾਰੇ ਪਾਸਾ। ਮੈਂ ਵੀ ਉਸ ਜਥੇ ਦੇ ਨਾਲ ਮਿਲ ਕੇ ਇੱਥੇ ਆਈ ਸੀ, ਤੁਹਾਡੇ ਦੇ ਕੋਲੋਂ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਲੈ ਕੇ। ਇੱਕ ਗੱਲ ਇੱਥੇ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਆਮ ਕਰਕੇ ਜੋ ਸਾਡੀਆਂ ਸਿੱਖ ਰਵਾਇਤਾਂ ਦੇ ਅੰਦਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਸਿੱਖ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਬੇਦਾਵਾ ਦੇ ਕੇ ਜਾਂ ਬੇਮੁਖ ਹੋ ਕੇ ਜਾਂ ਕੁਝ ਆਖਦੇ ਨੇ ਕਿ ਸਰਸਾ ਨਦੀ ਦੇ ਕਿਨਾਰੇ ਤੇ ਵਿਛੜ ਕੇ ਸਿੱਖ ਜਿਹੜੇ ਸਨ ਜਦੋਂ ਮਾਝੇ ਦੀ ਧਰਤੀ ਤੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸਨ ਤੇ ਉਸ ਵੇਲੇ ਮਾਈ ਭਾਗੋ ਜੀ ਨੇ ਉਹਨਾਂ ਆਏ ਹੋਏ ਸਿੱਖਾਂ ਨੂੰ ਵੰਗਾਰਿਆ ਸੀ, ਉਹਨਾਂ ਨੂੰ ਫਟਕਾਰ ਪਾਈ ਸੀ ਔਰ ਇੱਥੋਂ ਤੱਕ ਆਖਿਆ ਸੀ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਚੂੜੀਆਂ ਪਹਿਨ ਲਓ, ਤੁਸੀਂ ਘਰਾਂ ਦੇ ਅੰਦਰ ਬੈਠੋ, ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਦਿਆਂਗੀਆਂ। ਤੇ ਮਾਈ ਭਾਗੋ ਜੀ ਦੀ ਪ੍ਰੇਰਣਾ ਦੇ ਨਾਲ ਇਹ ਸਿੱਖਾਂ ਦਾ ਜਥਾ ਜਿਹੜਾ ਤਿਆਰ ਹੋ ਕੇ ਵਾਪਸ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਖਿਦਰਾਣੇ ਦੀ ਢਾਬ ਦੇ ਉੱਤੇ ਅਪੜਿਆ ਸੀ। ਪਰ ਕਵੀ ਸੰਤੋਖ ਸਿੰਘ ਜੀ ਨੇ ਮਾਈ ਭਾਗੋ ਜੀ ਦੀ ਇਹੋ ਜਿਹੀ ਕਿਸੇ ਵੀ ਕਿਰਿਆ ਦਾ, ਇਹੋ ਜਿਹੇ ਕਿਸੇ ਵੀ ਕਰਮ ਦਾ ਇੱਥੇ ਬਿਲਕੁਲ ਜ਼ਿਕਰ ਨਹੀਂ ਕੀਤਾ। ਮਾਈ ਭਾਗੋ ਜੀ ਦੀ ਉਹ ਵਡਿਆਈ ਜਿਹੜੀ ਅਸੀਂ ਪ੍ਰਚਾਰਦੇ ਹਾਂ ਕਿ ਬੇਮੁਖ ਹੋਏ ਸਿੱਖਾਂ ਨੂੰ ਮੁੜ ਕੇ ਪ੍ਰੇਰਣਾ ਦੇ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਲਿਆਉਣ ਵਾਲੀ ਸਿੱਖ ਬੀਬੀ ਮਾਈ ਭਾਗੋ ਸੀ। ਸੰਤੋਖ ਸਿੰਘ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਸੰਤੋਖ ਸਿੰਘ ਇਹ ਲਿਖਦਾ ਹੈ ਕਿ ਮਾਈ ਭਾਗੋ ਸਿੱਖਾਂ ਦੇ ਜਥੇ ਦੇ ਨਾਲ ਰਲ ਕੇ ਖਿਦਰਾਣੇ ਦੀ ਢਾਬ ਦੇ ਉੱਪਰ ਪਹੁੰਚੀ। ਕਿਉਂਕਿ ਇਹਦੇ ਮਨ ਦੇ ਅੰਦਰ ਔਲਾਦ ਦੀ ਪ੍ਰਾਪਤੀ ਦੀ ਚਾਹਨਾ ਸੀ। ਸਤਿਗੁਰਾਂ ਦੇ ਕੋਲੋਂ ਪੁੱਤਰ ਦੀ ਪ੍ਰਾਪਤੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਇਹ ਜਥੇ ਦੇ ਨਾਲ ਮਿਲ ਕੇ ਖਿਦਰਾਣੇ ਦੀ ਢਾਬ ਦੇ ਉੱਪਰ ਆਈ ਸੀ। ਉਹ ਆਪ ਦੱਸ ਰਹੀ ਆ ਸੰਤੋਖ ਸਿੰਘ ਨੇ ਜਿਸ ਤਰੀਕੇ ਦੇ ਨਾਲ ਲਿਖਿਆ ਹੈ ਕਿ ਤਬ ਮੈਂ ਸੁੱਤ ਕੀ ਧਰ ਔਰ ਆਸਾ ਪਹੁੰਚੀ ਆਏ ਤੁਮਾਰੇ ਪਾਸਾ ਇਹਾਂ ਲੜਨ ਕੋ ਕਾਰਨ ਹੀਰਾ ਗੁਰ ਹਿਤ ਉਮ ਕਿਉ ਹੀ ਕਨੇਰਾ। ਕਿ ਜਿਸ ਵੇਲੇ ਇੱਥੇ ਪਹੁੰਚੇ ਉਸ ਵੇਲੇ ਜੰਗ ਦਾ ਸਬਬ ਬਣਿਆ ਹੋਇਆ ਸੀ ਔਰ ਉਸ ਵੇਲੇ ਜੰਗ ਜਿਹੜਾ ਸੀ ਉਹ ਆਰੰਭ ਹੋ ਚੁੱਕਾ ਸੀ। ਮਿਲ ਸਿੰਘਨ ਕੈ ਸੰਗ ਇਥਾਈ ਤੁਰਕਨ ਸਾਥ ਮਚਾਏ ਲੜਾਈ ਹੋਤੀ ਸੰਗ ਗਰਵੀ ਕਰ ਮੇਰੇ ਦੁਸ਼ਮਨ ਆਨ ਟੁਕਿਓ ਜਬ ਨੇੜੇ। ਮੈਂ ਵੀ ਸਿੰਘਾਂ ਦੇ ਨਾਲ ਰਲ ਕੇ ਤੁਰਕਾਂ ਦੇ ਨਾਲ ਇਸ ਹੋ ਰਹੀ ਲੜਾਈ ਦੇ ਵਿੱਚ ਹਿੱਸਾ ਲਿਆ। ਉਹ ਦੱਸਦੀ ਹੈ ਕਿ ਮੇਰੇ ਹੱਥ ਦੇ ਵਿੱਚ ਇੱਕ ਬਹੁਤ ਭਾਰੀ ਬਰਸ਼ੀ ਸੀ। ਜਿਸ ਵੇਲੇ ਇੱਕ ਦੁਸ਼ਮਣ ਮੇਰੇ ਬਹੁਤ ਜ਼ਿਆਦਾ ਨਜ਼ਦੀਕ ਆਇਆ ਤਾਂ ਬਲ ਤੇ ਹਤੀ ਪ੍ਰੋਬਨ ਕੀਨਾ ਐਂਚ ਤੁਰੰਗ ਤੇ ਡਾਰ ਸੁਦੀਨਾ ਅਪਰ ਆਣ ਕੇ ਖੈਂਚ ਕਿਰਪਾਨ ਇੱਕ ਦੋ ਵਾਰ ਕਰੇ ਬਲ ਠਾਨ। ਉਹ ਦੱਸਦੀ ਹੈ ਕਿ ਮੈਂ ਪੂਰੇ ਜ਼ੋਰ ਦੇ ਨਾਲ ਦੁਸ਼ਮਣ ਦੇ ਉੱਤੇ ਉਸ ਬਰਸ਼ੀ ਦੇ ਨਾਲ ਵਾਰ ਕੀਤਾ। ਬਰਸ਼ੀ ਦੇ ਨਾਲ ਉਸ ਦੇ ਸਰੀਰ ਨੂੰ ਪਰੋ ਲਿਆ, ਉਸ ਨੂੰ ਘੋੜੇ ਤੋਂ ਹੇਠਾਂ ਸੁੱਟ ਦਿੱਤਾ। ਪਰ ਉਸੇ ਵੇਲੇ ਇੱਕ ਹੋਰ ਵੈਰੀ ਨੇ ਆਣ ਕੇ ਮੇਰੇ ਉੱਤੇ ਕਿਰਪਾਨ ਦੇ ਨਾਲ ਵਾਰ ਕੀਤੇ, ਜਿਸ ਕਰਕੇ ਮੈਂ ਧਰਤੀ ਦੇ ਉੱਤੇ ਡਿੱਗ ਪਈ। ਰਾਵਰ ਦੇ ਕਰ ਹਾਥ ਬਚਾਈ ਅਬ ਬਾਦਸ਼ਾਹ ਮੁਜਰਹੀ ਨਾ ਕਾਈ। ਪਰ ਪਾਤਸ਼ਾਹ
तुसां ने कृपा करके मैनू बचा लिया। हुण मेरे मन दे अंदर कोई भी इच्छा जिहड़ी है वो बाकी नहीं बची। सतगुर संग रहूं नित अबै, जगत कान की लज तज सबै। मैं अपना रहिंदा जीवन ਤੁਹਾਡੀ ਸੰਗਤ ਦੇ ਵਿੱਚ ਬਤੀਤ ਕਰਾਂਗੀ। ਮੈਨੂੰ ਲੋਕ ਲਾਜ ਦੀ ਕੋਈ ਪਰਵਾਹ ਨਹੀਂ ਹੈ। ਸੰਤੋਖ ਸਿੰਘ ਨੇ ਇੱਥੇ ਹੋਰ ਕੋਈ ਵਿਸਥਾਰ ਨਹੀਂ ਦਿੱਤਾ, ਪਰ ਹਾਂ ਕੁਝ ਇਤਿਹਾਸਕਾਰ ਅਜਿਹਾ ਜ਼ਰੂਰ ਆਖਦੇ ਹਨ ਕਿ ਕਿਉਂਕਿ ਇਸ ਲੜਾਈ ਦੇ ਵਿੱਚ ਮਾਈ ਭਾਗੋ ਜੀ, ਉਹਨਾਂ ਦੇ ਪਤੀ ਭਾਈ ਨਿਧਾਨ ਸਿੰਘ ਵੜੈਚ, ਉਹ ਸ਼ਹੀਦ ਹੋ ਚੁੱਕੇ ਸਨ। ਇਸ ਵਾਸਤੇ ਜਿਹੜੀ ਉਹ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਕੇ ਗੁਰੂ ਦਰਬਾਰ ਦੇ ਅੰਦਰ ਪਹੁੰਚੀ ਸੀ, ਹੁਣ ਕਿਉਂਕਿ ਪਤੀ ਸ਼ਹੀਦ ਹੋ ਚੁੱਕਾ ਹੈ, ਇਸ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਖ ਰਹੀ ਆ ਕਿ ਮੇਰੇ ਮਨ ਦੇ ਅੰਦਰ ਹੁਣ ਕੋਈ ਵੀ ਇੱਛਾ ਜਿਹੜੀ ਹੈ ਉਹ ਬਾਕੀ ਨਹੀਂ ਬਚੀ। ਬਸ ਮੈਂ ਚਾਹੁੰਦੀ ਹਾਂ ਕਿ ਆਪਣਾ ਰਹਿੰਦਾ ਜੀਵਨ ਮੈਂ ਤੁਹਾਡੀ ਸੰਗਤ ਦੇ ਵਿੱਚ ਬਤੀਤ ਕਰਾਂ। ਸੰਤੋਖ ਸਿੰਘ ਲਿਖਦਾ ਹੈ ਕਿ ਬਿਕਸੇ ਸਤਗੁਰ ਬਾਕ ਉਚਾਰਾ, ਭਲੋ ਮਨੋਰਥ ਤੈ ਉਰਤਾਰਾ, ਜਨਮ ਮਰਨ ਤੇ ਅਬ ਛੁੱਟ ਜਾਏ ਹੈ, ਲੋਕ ਲਾਜ ਕੋ ਤਿਆਗਨ ਕਹਿ। ਸਤਿਗੁਰਾਂ ਨੇ ਸੁਣਿਆ ਹੈ, ਸੁਣ ਕੇ ਮੁਸਕਰਾਏ ਨੇ। ਸਤਿਗੁਰਾਂ ਨੇ ਆਖਿਆ ਤੇਰੇ ਮਨ ਦੀ ਇੱਛਾ ਬਹੁਤ ਵਧੀਆ ਹੈ, ਜੇ ਤੂੰ ਆਪਣਾ ਰਹਿੰਦਾ ਜੀਵਨ ਸਾਡੀ ਸੰਗਤ ਦੇ ਵਿੱਚ ਬਤੀਤ ਕਰਨਾ ਚਾਹੁੰਦੀ ਹੈ, ਤੇਰੇ ਮਨ ਦਾ ਮਨੋਰਥ ਜਿਹੜਾ ਹੈ ਬਹੁਤ ਵਧੀਆ ਹੈ, ਤੇਰਾ ਲੋਕ ਲਾਜ ਖਤਮ ਹੋ ਚੁੱਕਾ ਹੈ ਔਰ ਤੇਰਾ ਜਨਮ ਮਰਨ ਜਿਹੜਾ ਹੈ ਹੁਣ ਹਮੇਸ਼ਾ ਵਾਸਤੇ ਕੱਟਿਆ ਜਾਏਗਾ। ਇਹ ਪਹਿਲੇ 11 ਪਦੇ ਹਨ ਇਸ ਅਧਿਆਏ ਦੇ, ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ, ਜਿਨ੍ਹਾਂ ਦੇ ਵਿੱਚ ਮਾਈ ਭਾਗੋ ਜੀ ਦਾ ਨਾਮ ਉੱਪਰ ਕੇਵਲ ਸਿਰਲੇਖ ਦੇ ਉੱਤੇ ਲਿਖਿਆ ਹੋਇਆ ਹੈ। ਬਾਕੀ ਇਸ ਕਾਵ ਦੇ ਵਿੱਚ, ਕਵਿਤਾ ਦੇ ਵਿੱਚ ਮਾਈ ਭਾਗੋ ਜੀ ਦਾ ਨਾਮ ਤੱਕ ਵੀ ਕਿਧਰੇ ਕਵੀ ਸੰਤੋਖ ਸਿੰਘ ਨੇ ਨਹੀਂ ਦਿੱਤਾ। ਇਹ ਹੈ ਇਸ ਗ੍ਰੰਥ ਦੇ ਵਿੱਚ ਜਦੋਂ ਦੂਸਰੀ ਵਾਰੀ ਮਾਈ ਭਾਗੋ ਜੀ ਦਾ ਜ਼ਿਕਰ ਆਇਆ, ਜਿਸ ਨੇ ਆਪਣਾ ਰਹਿੰਦਾ ਜੀਵਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਬਿਤਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਤਕਰੀਬਨ 8 ਅਧਿਆਏ ਐਸੇ ਹਨ ਜਿਨ੍ਹਾਂ ਦੇ ਵਿੱਚ ਮਾਈ ਭਾਗੋ ਜੀ ਦੇ ਨਾਮ ਦਾ ਕਿਧਰੇ ਵੀ ਕੋਈ ਜ਼ਿਕਰ ਨਹੀਂ ਆਇਆ। 14ਵੇਂ ਅਧਿਆਏ ਤੋਂ ਲੈ ਕੇ 21ਵੇਂ ਅਧਿਆਏ ਤੱਕ ਮਾਈ ਭਾਗੋ ਜੀ ਦੇ ਨਾਮ ਦੀ ਕਿਧਰੇ ਵੀ ਕੋਈ ਚਰਚਾ ਨਹੀਂ ਚੱਲੀ। ਫਿਰ ਜਿਸ ਵੇਲੇ 22ਵਾਂ ਅਧਿਆਇ ਸ਼ੁਰੂ ਹੁੰਦਾ ਹੈ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ, ਲਿਖਿਆ ਹੈ ਸੂਰਜ ਪ੍ਰਕਾਸ਼ ਗ੍ਰੰਥ ਦਾ ਐਨ ਪਹਿਲਾ ਹੈ ਅਧਿਆਇ 22ਵਾਂ ਹੈ, ਗੋਦੜੀਆ ਸਿੰਘ ਭਾਗੋ ਡੱਲਾ ਤੇ ਵਜ਼ੀਰ ਖਾਨ ਦਾ ਪਰਵਾਨਾ। ਇਸ ਅਧਿਆਇ ਦੇ 36ਵੇਂ ਅੰਕ ਦੇ ਵਿੱਚ ਜਾ ਕੇ ਫਿਰ ਮਾਈ ਭਾਗੋ ਜੀ ਦਾ ਜ਼ਿਕਰ ਆਉਂਦਾ ਹੈ ਔਰ ਉੱਥੇ ਉਹ ਲਿਖਿਆ ਹੈ ਜਿਸ ਦੇ ਉੱਤੇ ਜ਼ਿਆਦਾ ਇਤਰਾਜ਼ ਕੀਤਾ ਗਿਆ ਸੀ। ਉਹ ਪੰਕਤੀਆਂ ਲਿਖੀਆਂ ਹਨ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਮਿਲੀ ਮੁਕਤਸਰ ਭਾਗੋ ਮਾਈ, ਵਧੀ ਪ੍ਰੀਤ ਗੁਰਮੈ ਅਧਿਕਾਈ, ਰਹਿਬੇ ਲੱਗੀ ਦਿਗੰਬਰ ਸੋਈ, ਲਾਜ ਕਾਨ ਲੋਕਨ ਕੀ ਖੋਈ। ਕਿ ਜਿਹੜੀ ਮਾਈ ਭਾਗੋ ਮੁਕਤਸਰ ਵਿਖੇ ਗੁਰੂ ਸਾਹਿਬ ਜੀ ਨੂੰ ਮਿਲੀ ਸੀ, ਜਿਸ ਦੀ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਜ਼ਿਆਦਾ ਪ੍ਰੀਤ ਵੱਧ ਗਈ ਸੀ, ਜਿਸ ਦਾ ਜ਼ਿਕਰ ਪਿਛਲੇ ਅਧਿਆਏ ਦੇ ਵਿੱਚ ਸੰਤੋਖ ਸਿੰਘ ਕਰ ਆਏ ਹਨ ਕਿ ਉਸ ਨੇ ਇੱਛਾ ਜ਼ਾਹਰ ਕੀਤੀ ਕਿ ਪਾਤਸ਼ਾਹ ਮੈਂ ਆਪਣਾ ਰਹਿੰਦਾ ਜੀਵਨ ਤੁਹਾਡੀ ਸੰਗਤ ਦੇ ਵਿੱਚ ਹੀ ਬਤੀਤ ਕਰਨਾ ਹੈ। ਸੰਤੋਖ ਸਿੰਘ ਲਿਖਦਾ ਹੈ ਕਿ ਰਹਿਬੇ ਲੱਗੀ ਦਿਗੰਬਰ ਸੋਈ। ਦਿਗੰਬਰ ਜਿਸ ਦਾ ਅਰਥ ਹੈ ਬਗੈਰ ਵਸਤਰਾਂ ਤੋਂ, ਨਿਰਵਸਤਰ ਉਹ ਗੁਰੂ ਸਾਹਿਬ ਜੀ ਦੇ ਨਾਲ ਰਹਿਣ ਲੱਗੀ, ਕਿਉਂਕਿ ਲਾਜ ਕਾਨ ਲੋਕਨ ਕੀ ਖੋਈ। ਲੋਕੀ ਕੀ ਆਖਣਗੇ ਇਸ ਗੱਲ ਦੀ ਪਰਵਾਹ ਕਰਨੀ ਉਸਨੇ ਛੱਡ ਦਿੱਤੀ। ਸੰਤੋਖ ਸਿੰਘ ਲਿਖਦਾ ਹੈ, ਕਹਿਣ ਲੱਗਾ ਕਿ ਕਥਾ ਵੇਦ ਮੈਂ ਜਿਸ ਕੀ ਅਹੈ, ਨਾਮ ਗਾਰਗੀ ਨਗਨ ਸੋ ਰਹੈ, ਪਰਮ ਹੰਸਨੀ ਵੱਡ ਅਵਧੂਤਾ, ਤਿਮ ਭਾਗੋ ਗੁਰ ਟਿਗ ਅਵਧੂਤਾ। ਕਿ ਵੇਦਾਂ ਦੇ ਵਿੱਚ ਇੱਕ ਇਸਤਰੀ ਹੈ ਜਿਸ ਦਾ ਨਾਮ ਹੈ ਗਾਰਗੀ, ਉਸ ਦੀ ਕਥਾ ਆਉਂਦੀ ਹੈ। ਉਸ ਦੇ ਸੰਬੰਧ ਵਿੱਚ ਆਖਦੇ ਹਨ ਕਿ ਉਹ ਨਗਨ ਰਹਿੰਦੀ ਸੀ, ਕਿਉਂਕਿ ਉਹ ਬਹੁਤ ਵੱਡੀ ਪਰਮ ਹੰਸਨੀ ਸੀ, ਬਹੁਤ ਵੱਡੀ ਵਿਦਵਾਨ ਸੀ। ਤੇ ਜਿਸ ਤਰੀਕੇ ਦੇ ਨਾਲ ਉਹ ਗਾਰਗੀ, ਜਿਸ ਦੀ ਕਥਾ ਵੇਦਾਂ ਦੇ ਵਿੱਚ ਆਉਂਦੀ ਹੈ, ਬਹੁਤ ਵਿਦਵਾਨ ਸੀ, ਪਰਮਹੰਸਨੀ ਸੀ, ਉਹ ਨਗਨ ਹਾਲਤ ਦੇ ਵਿੱਚ ਰਹਿੰਦੀ ਸੀ। ਸੰਤੋਖ ਸਿੰਘ ਕਹਿੰਦਾ ਕਿ ਤਿਮ ਭਾਗੋ ਗੁਰ ਟਿਗ ਅਵਧੂਤਾ। ਤਿਮ ਉਸੇ ਤਰੀਕੇ ਦੇ ਨਾਲ, ਉਸੇ ਗਾਰਗੀ ਦੀ ਨਿਆਈ ਮਾਈ ਭਾਗੋ, ਕਿਉਂਕਿ ਉਹ ਵੀ ਪਰਮਹੰਸਨੀ ਬਣ ਚੁੱਕੀ ਹੈ, ਇਸ ਵਾਸਤੇ ਉਹ ਵੀ ਅਵਧੂਤ ਹੋ ਕੇ, ਉਹ ਵੀ ਦਿਗੰਬਰ ਹੋ ਕੇ, ਉਹ ਵੀ ਨਿਰਵਸਤਰ ਹੋ ਕੇ ਨਗਨ ਹਾਲਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਲੱਗ ਪਈ।
ਕਹਿੰਦੇ ਆ ਕਿ ਗਰਵੀ ਸਾਂਗ ਹਾਥ ਮੈਂ ਧਰੈ ਸਦਾ ਆਨੰਦ ਏਕ ਰਸ ਥਿਰੈ। ਉਸਨੇ ਆਪਣੇ ਹੱਥ ਦੇ ਵਿੱਚ ਇੱਕ ਬਰਸ਼ੀ ਪਕੜੀ ਹੋਈ ਹੁੰਦੀ ਸੀ ਔਰ ਹਰ ਵੇਲੇ ਇੱਕ ਰਸ ਆਨੰਦ ਦੇ ਵਿੱਚ ਹਰ ਵੇਲੇ ਉਹ ਟਿਕੀ ਰਹਿੰਦੀ ਸੀ। ਫਿਰ ਅੱਗੇ ਪੰਕਤੀਆਂ ਲਿਖੀਆਂ ਹਨ ਕਿ ਕੇਤਕ ਮਾਸ ਨਗਨ ਜਬ ਰਹੀ ਇੱਕ ਦਿਨ ਦੇਖ ਨਿਕਟ ਗੁਰ ਕਹੀ। ਧਿਆਨ ਦੇ ਨਾਲ ਇਹਨਾਂ ਪੰਕਤੀਆਂ ਨੂੰ ਦੇਖ ਲੈਣਾ। ਸੰਤੋਖ ਸਿੰਘ ਲਿਖ ਆਇਆ ਕਿ ਜਿਵੇਂ ਗਾਰਗੀ ਨਗਨ ਹਾਲਤ ਦੇ ਵਿੱਚ ਰਹਿੰਦੀ ਸੀ, ਉਸੇ ਤਰੀਕੇ ਦੇ ਨਾਲ ਮਾਈ ਭਾਗੋ ਵੀ ਗੁਰੂ ਸਾਹਿਬ ਜੀ ਦੇ ਪਾਸ ਨਗਨ ਹਾਲਤ ਦੇ ਵਿੱਚ ਵਿਚਰਦੇ ਸਨ, ਆਪਣੇ ਹੱਥ ਦੇ ਵਿੱਚ ਇੱਕ ਬਰਸ਼ੀ ਪਕੜ ਕੇ ਰੱਖਦੇ ਸਨ। ਹੁਣ ਸੰਤੋਖ ਸਿੰਘ ਕਹਿੰਦਾ ਕਿ ਕੇਤਕ ਮਾਸ ਨਗਨ ਜਬ ਰਹੀ, ਜਦੋਂ ਕਈ ਮਹੀਨੇ ਇਸ ਤਰੀਕੇ ਦੇ ਨਾਲ ਨਗਨ ਹਾਲਤ ਦੇ ਵਿੱਚ ਰਹਿੰਦਿਆਂ ਹੋਇਆਂ ਗੁਜ਼ਰ ਗਏ, ਕਈ ਮਹੀਨੇ, ਤਾਂ ਇੱਕ ਦਿਨ ਦੇਖ ਨਿਕਟ ਗੁਰ ਕਹੀ। ਫਿਰ ਇੱਕ ਦਿਨ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਕੋਲ ਦੇਖ ਕੇ ਉਸ ਨੂੰ ਫਿਰ ਇਹ ਗੱਲ ਆਖੀ ਕਿ ਸੁਨ ਮਾਈ ਭਾਗੋ ਸਚਿਆਰੀ ਕੁਲ ਨਹਿਰ ਸਸੁਰਾਰ ਉਬਾਰੀ ਪਰਮ ਹੰਸ ਅਵਸਥਾ ਪਾਈ ਤੁਝ ਕੋ ਦੋਸ਼ ਨ ਲੱਗੈ ਕਤਾਈ। ਕਿ ਸਚਿਆਰੀ ਮਾਈ ਭਾਗੋ ਸੁਣ, ਤੂੰ ਆਪਣੇ ਪੇਕੇ ਤੇ ਸਹੁਰੇ ਘਰ ਦੀ ਵਡਿਆਈ ਨੂੰ ਵਧਾਇਆ ਹੈ, ਤੂੰ ਪਰਮ ਹੰਸ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕਰ ਲਈ ਹੈ, ਤੇਰੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਹੈ। ਇਸ ਵਾਸਤੇ ਰਹਿਣ ਦਿਗੰਬਰ ਤੁਝ ਬਨ ਆਈ ਇੱਕ ਰਸ ਬਿਰਤ ਪਈ ਲਿਵ ਲਾਈ। ਕਿਉਂਕਿ ਤੇਰੀ ਵਿਰਤੀ ਇੱਕ ਰਸ ਹਰ ਵੇਲੇ ਟਿਕੀ ਹੋਈ ਹੈ, ਇਸ ਵਾਸਤੇ ਰਹਿਣ ਦਿਗੰਬਰ ਨੰਗੇ ਰਹਿਣਾ ਤੁਝ ਬਨ ਆਈ, ਤੈਨੂੰ ਬਣ ਆਉਂਦਾ ਹੈ, ਤੈਨੂੰ ਫਵਦਾ ਹੈ, ਤੈਨੂੰ ਸ਼ੋਭਦਾ ਹੈ, ਤੂੰ ਨਾ ਕੱਪੜੇ ਪਾਵੇਂ ਤੈਨੂੰ ਸ਼ੋਭਦਾ ਹੈ। ਕਿਉਂਕਿ ਤਨ ਹੰਤਾ ਸਭ ਹਿਰਦੈ ਵਿਨਾਸ਼ੀ ਪਾਇਓ ਪਰਮ ਰੂਪ ਅਵਿਨਾਸ਼ੀ। ਤੂੰ ਆਪਣੇ ਤਨ ਦੀ ਹੰਤਾ, ਤਨ ਦਾ ਹੰਕਾਰ ਖਤਮ ਕਰ ਲਿਆ ਹੈ, ਤੈਨੂੰ ਪਰਮ ਰੂਪ ਅਵਿਨਾਸ਼ੀ ਦੀ ਪ੍ਰਾਪਤੀ ਹੋ ਚੁੱਕੀ ਹੈ। ਪਰ ਤਾਊ ਸੰਗ ਤੂੰ ਰਹਿਤ ਹਮਾਰੇ ਪਹਿਰ ਕਾਸ਼ ਲਗ ਸਿਰ ਦਸਤਾਰੇ। ਫਿਰ ਵੀ ਕਿਉਂਕਿ ਤੂੰ ਸਾਡੇ ਨਾਲ ਰਹਿਣਾ ਹੈ, ਇਸ ਵਾਸਤੇ ਕਸ਼ਹਿਰਾ ਪਹਿਨ ਅਤੇ ਛੋਟੀ ਦਸਤਾਰ ਆਪਣੀ ਸੀਸ ਦੇ ਉੱਤੇ ਹਰ ਵੇਲੇ ਸਜਾ ਕੇ ਰੱਖ। ਇਸ ਤੋਂ ਇਲਾਵਾ ਉੱਪਰ ਚੀਰ ਚਾਦਰਾ ਲੀਜੈ ਦੇਹ ਅਸ਼ਾਦੋ ਸਮਾਂ ਬਤੀਜੈ। ਆਪਣੇ ਤਨ ਦੇ ਉੱਤੇ ਇੱਕ ਸੋਹਣੀ ਚਾਦਰ ਜਿਹੜੀ ਹੈ ਉਹ ਲੈ ਕੇ ਰੱਖ, ਆਪਣੇ ਤਨ ਨੂੰ ਢੱਕ ਕੇ ਜਿਹੜਾ ਹੈ ਆਪਣਾ ਸਮਾਂ ਬਤੀਤ ਕਰ। ਤੇ ਸੰਤੋਖ ਸਿੰਘ ਕਹਿੰਦਾ ਫਿਰ ਉਸ ਤੋਂ ਬਾਅਦ ਕਈ ਮਹੀਨੇ ਇਸ ਤਰੀਕੇ ਦੇ ਨਾਲ ਨਗਨ ਹਾਲਤ ਦੇ ਵਿੱਚ ਰਹਿਣ ਤੋਂ ਬਾਅਦ ਸੁਨ ਗੁਰ ਹੁਕਮ ਮਾਨ ਤਿਨ ਲੀਨਾ ਬਸਤਰ ਸਰੀਰ ਅਸ਼ਾਦਨ ਕੀਨਾ ਕਰ ਮੈਂ ਸਾਂਗ ਸਦਾ ਗਹਿ ਰਾਖੇ ਰਹਿ ਸੰਗ ਗੁਰ ਕੇ ਅਬਲਾਖੇ। ਉਸ ਤੋਂ ਬਾਅਦ ਮਾਈ ਭਾਗੋ ਜੀ ਨੇ ਆਪਣੇ ਤਨ ਦੇ ਉੱਤੇ ਵਸਤਰ ਜਿਹੜੇ ਹਨ ਪਹਿਨ ਲਏ ਔਰ ਗੁਰੂ ਸਾਹਿਬ ਜੀ ਦੇ ਨਾਲ ਇਸ ਤਰੀਕੇ ਦੇ ਨਾਲ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਤਕਰੀਬਨ 7 ਕੁ ਪਦੇ ਹਨ ਜਿਹੜੇ ਇਸ 22ਵੇਂ ਅਧਿਆਏ ਦੇ ਵਿੱਚ ਮਾਈ ਭਾਗੋ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕਵੀ ਸੰਤੋਖ ਸਿੰਘ ਨੇ ਲਿਖੇ ਹਨ, ਜਿਨ੍ਹਾਂ ਦੇ ਉੱਤੇ ਇਤਰਾਜ਼ ਕੀਤਾ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਮਾਈ ਭਾਗੋ ਜੀ ਦੇ ਜੀਵਨ ਨੂੰ ਬਿਆਨ ਕਰਦਾ ਪਿਆ ਹੈ ਕਿ ਮਾਈ ਭਾਗੋ ਜੀ ਕਿਉਂਕਿ ਪਰਮਹੰਸ ਬਣ ਚੁੱਕੇ ਸਨ, ਕਿਉਂਕਿ ਬ੍ਰਹਮ ਗਿਆਨੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਸਨ, ਇਸ ਵਾਸਤੇ ਉਹਨਾਂ ਨੇ ਆਪਣੇ ਤਨ ਦੇ ਵਸਤਰ ਉਤਾਰ ਦਿੱਤੇ। ਸਵਾਲ ਇਸ ਗੱਲ ਤੇ ਸੀ ਕਿ ਗੁਰਮਤ ਦੇ ਅੰਦਰ, ਸਿੱਖ ਧਰਮ ਦੇ ਅੰਦਰ ਬ੍ਰਹਮ ਗਿਆਨੀ ਦੀ ਕੋਈ ਇਹੋ ਜਿਹੀ ਅਵਸਥਾ ਜਿਹੜੀ ਹੈ ਉਹ ਪ੍ਰਵਾਨ ਕੀਤੀ ਗਈ ਹੈ ਜਿਸ ਅਵਸਥਾ ਦੇ ਵਿੱਚ ਜਿਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ ਉਹ ਆਪਣੇ ਤਨ ਦੇ ਵਸਤਰ ਉਤਾਰ ਕੇ ਨਗਨ ਰਹਿਣਾ ਸ਼ੁਰੂ ਕਰ ਦੇਵੇ। ਤੇ ਜੇ ਸਿੱਖ ਧਰਮ ਦੇ ਅੰਦਰ ਕੋਈ ਇਹੋ ਜਿਹੀ ਅਵਸਥਾ ਪ੍ਰਵਾਨ ਕੀਤੀ ਗਈ ਹੈ ਤੇ ਉਹ ਸੰਪਰਦਾਈ ਲੋਕ ਜਿਹੜੇ ਇਸ ਗੱਲ ਦੇ ਉੱਤੇ ਰੌਲਾ ਪਾ ਰਹੇ ਹਨ, ਉਹਨਾਂ ਦੇ ਉੱਤੇ ਸਵਾਲ ਬਣਦਾ ਹੈ ਉਹਨਾਂ ਦੀ ਸੰਪਰਦਾ ਦੇ ਵਿੱਚ, ਖਾਸ ਕਰਕੇ ਪਰਵਾਨਾ ਜੀ ਜਿਹੜੇ ਦਮਦਮੀ ਟਕਸਾਲ ਜਥਾ ਰਾਜਪੁਰੇ ਦੇ ਨਾਲ ਸੰਬੰਧਿਤ ਹਨ, ਉਹਨਾਂ ਤੋਂ ਪੁੱਛਣਾ ਬਣਦਾ ਹੈ ਕਿ ਮਾਈ ਭਾਗੋ ਤੋਂ ਇਲਾਵਾ ਉਹਨਾਂ ਦੀ ਟਕਸਾਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੋਰ ਕਿੰਨੇ ਕੋ ਇਹੋ ਜਿਹੇ ਪਰਮਹੰਸ ਬ੍ਰਹਮ ਗਿਆਨੀ ਜਿਹੜੇ ਨੇ ਪੈਦਾ ਹੋਏ ਨੇ। ਅਜੋਕੇ ਸਮੇਂ ਦੇ ਅੰਦਰ ਇਹੋ ਜਿਹਾ ਬ੍ਰਹਮ ਗਿਆਨੀ ਪਰਮਹੰਸ ਕਿਹੜਾ ਹੈ? ਬਜਾਏ ਇਸ ਦੇ
कि जो संतोख सिंह ने लिखिया है, जिथे ये लिखिया है, हालांकि वो प्रकरण दे नाल संबंध जुड़दा भी नहीं है, जो इतिहास का प्रसंग पिछों चलिया आउंदा है उहदे नाल इन्हां 7-8 पदियां दा कोई संबंध आपस दे विच जुड़दा नहीं है। केवल इन्ना आख्या जा सकता सी कि यह किसी ने मिलावट कर दी है, गलत लिखिया है, पर इस नूं गलत कहण दी बजाय इहदे उत्ते सफाइयां देनियां शुरू कर दित्तियां गईयां। क्यों? क्योंकि ये संप्रदायी लोग जिहड़े ने ये मनदे भी इसे तरीके दे नाल ही ने। इसे परवाना जी दे विद्यादाते ने, उन्हां दा नाम ज्ञानी इंद्रजीत सिंह रकबे वाले, क्योंकि जिस वीडियो दे विच मैं इन्हां दा क्लिप लिया है उस क्लिप दे विच उस दे संबंध विच शुरू दे विच दसदे भी ने। और ज्ञानी इंद्रजीत सिंह जिहड़े ने वो ज्ञानी गुरबचन सिंह खालसा पिंडरा वालियां तो पढ़े हुए हैं, उस टकसाल दे विचों पढ़े हुए हैं। ये ज़्यादा रौला रप्पा पाउण दा कारण यह है कि इन्हां दी मानता ही यह है, ये मनदे ही इस तरीके दे नाल हन। तुसी पहला वो 1-2 मिनट का क्लिप है वो सुन लो, तां जो तुहानूं पता चल जाए कि जदों भाई संतोख सिंह दे लिखे होए दे उत्ते इतराज किया गया तो इन्हां संप्रदायी लोगों ने सब तो वध चीकां क्यों मारियां ने, क्योंकि जिहड़ी सट वज रही है वो इन्हां लोगों दीयां मानतावां दे उत्ते वज रही है। पर इन्हां लोगों दीयां जिहड़ियां मानतावां ने वो गुरमत दीयां सिख धर्म दीयां मानतावां दे नाल मेल नहीं खांदियां। तुसीं सब तो पहलां वो 1 मिनट का जिहड़ा क्लिप है वो ध्यान दे नाल सुनो। ज्ञानी इंद्रजीत सिंह दा रकबे वाले जिहड़े कि ज्ञानी गुरबचन सिंह पिंडरा वालियां दे कोलों पढ़े हुए हैं, और ये जिहड़ा परवाना है राजपुरे वाला ये उन्हां ज्ञानी इंद्रजीत सिंह दा शागिर्द है। उस वीडियो दे विच आप इसने दसिया है, पूरी वीडियो जिहड़ी है वो तुसी YouTube तो लभ सकते हो, आप जी नूं मिल जाएगी, पर वो 1 मिनट का क्लिप जिहड़ा है वो मैं तुहानूं इत्थे सुणाउणा चाहुंदा हां। हाँ जी। सत संगत जी, माता भागो जी सतगुरां दे दल दे नाल ही रही है, मस्त रहंदी सी। पहली अवस्था सत संगत जी नगन रहन लग गई। क्यों? ब्रह्म ज्ञानी नूं जिस वेले विदे मुक्त हो जांदा, देह नाल संबंध नहीं रहिंदा, ਉਹਨੂੰ ਲੋਕ ਲਾਜ ਵਗੈਰਾ ਇਸ ਤੋਂ ਬਿਰਤੀ ਤਹਾਂ ਹੋ ਜਾਂਦੀ ਹੈ। ਸਿੰਘਾਂ ਨੇ ਦੱਸਿਆ ਕਿ ਮਾਤਾ ਜੀ ਇਹ ਬਿਲਕੁਲ ਜੀ ਇਹ ਤਾਂ ਨਗਨ ਰਹਿੰਦੇ ਨੇ। ਸਤਿਗੁਰੂ ਜੀ ਨੇ ਫਿਰ ਕੋਲ ਬੁਲਾ ਕੇ ਕਿਹਾ, ਮਾਤਾ ਸੰਸਾਰ ਦੀ ਜਿਹੜੀ ਰਹੁ ਰੀਤੀ ਆ ਉਹ ਵੀ ਆਪਾਂ ਤਿਆਗਣੀ ਨਹੀਂ। ਠੀਕ ਆ, ਤੁਹਾਡੀ ਅਵਸਥਾ ਬਿਰਤੀ ਬ੍ਰਹਮਾਕਾਰ ਹੈ। ਸੰਤ ਜਨਾ ਕਾ ਡੂਗਰਾ ਉਡ ਨਗਰ ਨਾ ਹੋਈ, ਸਾਖਤ ਸਰਪੋਰ ਪਾਉ ਰੇਸ ਵੀ ਪਹਿਰਤ ਪਤ ਖੋਈ। ਸਾਖਤ ਪੁਰਸ਼ किन्ने वस्त्र। हाँ जी, सुने आप जी ने क्लिप, जितों पता चलता है कि टकसाली लोग संप्रदायी लोग इतिहास नूं मनदे ही इस तरीके दे नाल हन कि माई भागो जी मस्त रहिंदे सन, नगन रहिंदे सन। क्यों? उहदे पिछे दलील ये दिंदे हन क्योंकि वो बदे मुक्त हो चुके सन, वो ब्रह्म ज्ञान की अवस्था नूं प्राप्त हो चुके सन। और इन्हां दी ये जिहड़ी मानता है इसे ही सूरज प्रकाश ग्रंथ तो बनी हुई है। सो सवाल फिर उत्थे आउंदा है कि गुरमत दे अंदर इस मानता नूं प्रवान किया जाता है या नहीं, कि जिहड़ा कोई ब्रह्म ज्ञानी बनता है, सुखमनी साहिब जी दे अंदर ब्रह्म ज्ञानी दे जीवन दे नाल संबंधित एक पूरी दी पूरी अष्टपदी है, जिस दे अंदर ब्रह्म ज्ञानी दे जीवन दीयां निशानियां दसियां गईयां हन कि उस अष्टपदी दे अंदर कोई एक निशानी इहो जी दसी है कि ब्रह्म ज्ञानी इन्ना मस्त हो जाता है कि वह अपने तन के वस्त्र जिहड़े हन वो भी सारे दे सारे उतार दिंदा है। सवाल तुहाडी इस मानता दे उत्ते है, जिस तरीके दे नाल तुसी मनदे हो। परवाना जी तुसी एक पूरे अध्याय की गल कीती सी, मैं इस वीडियो दे विच माई भागो जी दे नाल संबंधित 3 अध्याय तुहाडे सामने रख दिते हैं। जिथे जिथे भी माई भागो जी दे नाम का जिक्र आया है वो सारे अध्याय जिहड़े हन मैं इस प्रोग्राम दे विच संगतां दे सामने रख दिते हैं। पर सवाल फिर अपनी जगह दे उत्ते खलोता है कि माई भागो जी दे जीवन नूं कलंकित क्यों किया गया।
ਸਿੱਖ ਇਤਿਹਾਸ ਦੇ ਅੰਦਰ, ਗੁਰ ਇਤਿਹਾਸ ਦੇ ਅੰਦਰ ਉਹ ਪਹਿਲੀ ਸਿੱਖ ਬੀਬੀ ਹੈ ਜਿਸ ਨੇ ਰਣ ਭੂਮੀ ਦੇ ਅੰਦਰ ਸਿੰਘਾਂ ਦੇ ਨਾਲ ਰਲ ਕੇ ਵੈਰੀ ਦਾ ਹਥਿਆਰਬੰਦ ਹੋ ਕੇ ਮੁਕਾਬਲਾ ਕੀਤਾ। ਪਰ ਉਸ ਮਹਾਨ ਸਿੱਖ ਬੀਬੀ ਦੇ ਜੀਵਨ ਨੂੰ ਵੀ ਇੱਥੇ ਕਲੰਕਿਤ ਕੀਤਾ ਗਿਆ। ਹਾਲਾਂਕਿ ਮੈਂ ਇਸ ਪ੍ਰਸੰਗ ਦੇ ਵਿੱਚ ਆਪਾਂ ਦੇਖਿਆ ਇਹ ਕੁਝ ਲਿਖਣ ਦੀ ਕੋਈ ਜ਼ਰੂਰਤ ਨਹੀਂ ਸੀ, ਪ੍ਰਕਰਨ ਇਹ ਨਹੀਂ ਸੀ ਚੱਲਦਾ। ਅਸੀਂ ਕੇਵਲ ਇੰਨਾ ਕਹਿ ਸਕਦੇ ਸੀ ਕਿਸੇ ਨੇ ਵਿੱਚ ਮਿਲਾਵਟ ਕਰ ਦਿੱਤੀ ਹੈ। ਪਰ ਕਿਉਂ? ਕਿਉਂਕਿ ਇਹ ਸੰਪਰਦਾਈ ਲੋਕ ਮੰਨਦੇ ਹੀ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਹਨ। ਇਸ ਵਾਸਤੇ ਇਹਨਾਂ ਨੇ ਸੰਤੋਖ ਸਿੰਘ ਦੇ ਲਿਖੇ ਹੋਏ ਦੇ ਉੱਤੇ ਜਦੋਂ ਕਿਸੇ ਨੇ ਇਤਰਾਜ਼ ਕੀਤਾ ਸਭ ਤੋਂ ਵੱਧ ਚੀਕਾਂ ਮਾਰੀਆਂ। ਅਕਾਲ ਤਖਤ ਤੱਕ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਔਰ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਵੀ ਜਿਹੜਾ ਫੈਸਲਾ ਕੀਤਾ, ਉਹ ਜਿਹੜੀ ਪੰਜਾਬੀ ਦੀ ਕਹਾਵਤ ਹੁੰਦੀ ਹੈ ਵੀ ਕੁੱਤੀ ਦਾ ਚੋਰਾਂ ਦੇ ਨਾਲ ਰਲ ਜਾਣਾ, ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਦੇ ਬਾਰੇ ਨਹੀਂ ਪਤਾ ਕਿ ਉਸਨੇ ਇਹ ਗ੍ਰੰਥ ਨਹੀਂ ਪੜ੍ਹੇ ਹੋਏ, ਕਿ ਉਸ ਨੂੰ ਨਹੀਂ ਪਤਾ ਵੀ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਅੰਦਰ ਕੀ ਕੀ ਕੂੜ ਕਬਾੜ ਲਿਖਿਆ ਹੋਇਆ ਹੈ। ਹਰ ਰੋਜ਼ ਉਹਨਾਂ ਦੀ ਨੱਕ ਥੱਲੇ ਦਰਬਾਰ ਸਾਹਿਬ ਮੰਜੀ ਹਾਲ ਦੇ ਉੱਤੋਂ ਇਹਨਾਂ ਇਤਿਹਾਸਕ ਗ੍ਰੰਥਾਂ ਦੀ ਕਥਾ ਕੀਤੀ ਜਾਂਦੀ ਹੈ। ਕੇਵਲ ਕਥਾ ਹੀ ਨਹੀਂ ਕੀਤੀ ਜਾਂਦੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਮੰਜੀ ਸਾਹਿਬ ਦੇ ਉੱਤੇ ਰੁਮਾਲੇ ਲਗਾ ਕੇ ਇਹਨਾਂ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਸੋ ਅਸਲ ਦੋਸ਼ੀ ਜਿਹੜੇ ਹਨ ਇਤਿਹਾਸ ਨੂੰ ਵਿਗਾੜਨ ਦੇ, ਮਾਤਾ ਭਾਗ ਕੌਰ ਜੀ ਦੇ ਜੀਵਨ ਨੂੰ ਕਲੰਕਿਤ ਕਰਨ ਦੇ, ਦਾਗੀ ਕਰਨ ਦੇ, ਉਹਨਾਂ ਦੇ ਚਰਿੱਤਰ ਨੂੰ ਦਾਗੀ ਕਰਨ ਦੇ ਅਸਲ ਦੋਸ਼ੀ ਜਿਹੜੇ ਹਨ ਉਹ ਭਾਈ ਰਣਜੀਤ ਸਿੰਘ ਨਹੀਂ, ਬਲਕਿ ਉਹ ਅਸਲ ਦੋਸ਼ੀ ਇਹ ਸਾਰੇ ਦੇ ਸਾਰੇ ਸੰਪਰਦਾਈ ਲੋਕ ਨੇ। ਇਹ ਸਾਰੇ ਦਾ ਸਾਰਾ ਇਹ ਪ੍ਰਚਾਰਕ ਲਾਣਾ ਹੈ ਜਿਹੜਾ ਸਾਰਾ ਕੁਝ ਜਾਣਦਿਆਂ ਹੋਇਆਂ, ਸਾਰਾ ਕੁਝ ਸਮਝਦਿਆਂ ਹੋਇਆਂ ਵੀ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਅੰਦਰ ਲਿਖੇ ਹੋਏ ਇਸ ਕੂੜ ਕਬਾੜ ਦੇ ਉੱਤੇ ਪਰਦੇ ਪਾ ਰਿਹਾ ਹੈ। ਪਰ ਅੱਜ ਦੇ ਸਮੇਂ ਦੇ ਅੰਦਰ ਸਿੱਖ ਸੰਗਤ ਨੂੰ ਆਪਣੇ ਤੌਰ ਦੇ ਉੱਤੇ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਹ ਇਤਿਹਾਸਕ ਗ੍ਰੰਥ ਜਿਹੜੇ ਆਖੇ ਜਾਂਦੇ ਹਨ ਅੱਜ ਹਰੇਕ ਸਿੱਖ ਦੀ ਪਹੁੰਚ ਦੇ ਘੇਰੇ ਦੇ ਵਿੱਚ ਆ ਚੁੱਕੇ ਹਨ। ਹਰੇਕ ਸਿੱਖ ਆਪਣੇ ਘਰ ਵਿੱਚ ਬੈਠ ਕੇ ਇੰਟਰਨੈਟ ਦੇ ਉੱਤੇ ਇਹਨਾਂ ਗ੍ਰੰਥਾਂ ਨੂੰ ਪੜ੍ਹ ਵੀ ਸਕਦਾ ਹੈ। ਇਹਨਾਂ ਗ੍ਰੰਥਾਂ ਦੀ ਅਸਲੀਅਤ ਨੂੰ ਜਿਹੜਾ ਹੈ ਉਹ ਆਪ ਸਮਝ ਵੀ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।